इस मैनेजमेंट ने जो किया है बहुत नाजायज़ किया है। जो सतपाल जी का मैनेजमेंट है उसने बहुत नाजायज़ किया है, और इतना ज़्यादा नाजायज़ किया है जे मैंने एक सोचो धक्का सा ही बाहर से हरियाणा से दिल्ली से बंदे लाला हमें डरा देना, हमें धमका देना, हमारे दरवाजे पर लात मार देना, दरवाज़ा तोड़ देना, कभी स्टोव उठा के फेंक देना। सतपाल जी से मिलने के लिए हमें पता लगा थे सतपाल जी दिल्ली से आज कोर्ट में आएंगे, तो हम आके बैठे थे 5-7 आदमी यही पूछने के लिए प्यार से कि हमारे साथ ऐसा नाजायज़ क्यों हो रहा है, आप हमें इसके बारे में कुछ समझाओ, कुछ बताओ। लेकिन सतपाल जी कोर्ट में से निकले हैं, टाइम करीब 2-2:30 बजे निकले हैं, और निकल के मूड़ी गाड़ के गाड़ी में बैठे, सीट नीचे करके गाड़ी में बैठे और निकल गए सीधे। पैसा नहीं मिलता है तो हम तो आज 5-7 आदमी जो आए थे खाली उनसे मिलने के लिए। आगे अगर हमारा कोई अगर सुनवाई नहीं होती है तो हम सारे वर्कर आएंगे, औरत बच्चे आदमी सारे आएंगे, और यहाँ वो हंगामा करेंगे, वो यहाँ वो संघर्ष करेंगे जो मैंने हम सारा काम रोक देंगे। और जो आज की डेट में वो लोगों को झूठा लारा देकर जो प्लाट बेच रहे हैं वो भाई सब लोग पछताएंगे बाद में, क्यों जो लफड़े की जगह है और लफड़ा चल रहा है। जो उन भाइयों से विनती है कि भाई तुम गलती से पैसा भी ना फंसाओ, इंक्वायरी करो, जांचो, जानो कि मजदूर का जहाँ संघर्ष है, मजदूर का जहाँ लफड़ा है, मजदूर का पैसे का मामला का है, वो वहाँ कैसे घर बना रहे हो, ये भी दिक्कत में आएंगे सब प्लाट खरीदने वाले। इस करके जो है हमारा उनसे भी विनती है कि भाई आप लोग सोच समझ के किसी से जान के राय लेके तो वहाँ प्लाट पर पैसा फंसाना। 1-2 मजदूर का नहीं है, 800-7 मजदूर का लफड़ा है। ਅਸੀਂ ਤਾਂ ਉਹਨਾਂ ਨੂੰ ਇਹੀ ਕਹਾਂਗੇ, ਪਹਿਲਾਂ ICL ਤੀ ਉੱਥੇ ਵੀ ਲੋਕਾਂ ਦਾ ਬਹੁਤ ਪੈਸਾ ਬਰਬਾਦ ਹੋਇਆ, ਉੱਥੇ ਸਟੇ ਲੱਗ ਗਈ, ਉਹ ਆਮ ਲੋਕਾਂ ਦਾ ਪੈਸਾ ਬਰਬਾਦ ਹੋਇਆ। ਜਿਵੇਂ ਅਸੀਂ ਪਰੇਸ਼ਾਨ ਹੋਏ ਵੇ ਆ ਇਸ ਤਰ੍ਹਾਂ ਕੋਈ ਹੋਰ ਪਰੇਸ਼ਾਨ ਨਾ ਹੋਏ, ਇਸ ਕਰਕੇ ਸਭ ਨੂੰ ਰਿਕੁਐਸਟ ਹੈ ਕੋਈ ਆਪਣਾ ਹੱਕ ਜੋ ਹੱਕ ਦੀ ਕਮਾਈ ਹੈ ਇਹਦੇ 'ਚ ਇਨਵੈਸਟਮੈਂਟ ਨਾ ਕਰੇ। ਤੇ ਅੱਜ ਕਿੰਨੇ ਸਾਲ ਹੋ ਗਏ ਜੀ ਇਹ ਦੇਖ ਲਓ 6 ਸਾਲ ਹੋ ਗਏ। 6 ਸਾਲ ਤੋਂ ਅਸੀਂ ਵੀ ਨਾਲ ਲੇਬਰ ਦੇ ਵੀ ਹੈ ਜੀ, ਇਹਨਾਂ ਨੇ ਸਾਡੇ ਤੇ ਕੇਸ ਪਾਇਆ ਹੋਇਆ, ਉਹ ਵੀ ਸਾਰੇ ਅੱਜ ਸਵੇਰ ਦੇ ਭੁੱਖੇ ਭਾਣੇ ਉਹ ਬੈਠੇ ਆ, ਅਸੀਂ ਬੈਠੇ ਆ 10 ਵਜੇ ਦੇ। ਪਰ ਉਹ ਬੰਦੇ 2 ਆਏ ਜੀ ਪਿਛਲੇ ਗੇਟ ਵਿੱਚ ਦੀ ਆਏ, ਸਾਈਨ ਕਰਕੇ ਨਿਕਲ ਗਏ ਜੀ। ਅਸੀਂ TDI ਦੇ ਨਹੀਂ ਗੇ, TDI ਕਿਉਂਕਿ ਸ਼ੇਅਰ ਰਾਈਟ TDI ਨੇ ਦਿੱਤੇ, ਉਹਨਾਂ ਨੇ ਮਾਲਕ ਹੋਈ ਹੈ, ਉਹਨਾਂ ਨੇ ਸਾਨੂੰ ਪੁੱਛਿਆ ਨਹੀਂ। TDI ਨੂੰ ਜਦ ਕਿ ਪਤਾ ਸੀਗਾ ਵੀ ਲੇਬਰ ਦਾ ਅਸੀਂ ਕਰ ਰਹੇ ਹਾਂ ਸਾਰਾ, ਇੱਥੇ ਪਹਿਲਾਂ ਤੋਂ ਲੱਗ ਰਹੇ ਹਾਂ, ਅਸੀਂ ਪੈਸੇ ਇਨਵੈਸਟ ਕਰ ਰਹੇ ਹਾਂ। TDI ਨੇ ਸਾਨੂੰ ਨਹੀਂ ਪੁੱਛਿਆਗਾ, ਉਹਨਾਂ ਦਾ ਹੱਕ ਸੀਗਾ ਸਾਡੇ ਨਾਲ ਆ ਕੇ ਗੱਲ ਕਰਦੇ ਵੀ ਤੁਹਾਡਾ ਕੀ ਮੈਟਰ ਹੈ ਇਹਦੇ ਵਿੱਚ। ਅਸੀਂ ਜਿਹੜੇ ਬੰਦੇ ਪਲਾਟ ਲੈ ਰਹੇ ਨੇ ਉਹਨੂੰ ਹੱਥ ਜੋੜ ਕੇ ਬੇਨਤੀ ਰਾਜਪੁਰ ਦੇ ਵਾਸੀਆਂ ਨੂੰ ਵੀ ਇਹਨਾਂ ਤੋਂ ਪਲਾਟ ਨਾ ਲਵੋ, ਕਿਉਂਕਿ ਪਹਿਲਾਂ ICL ਕੰਪਨੀ ਦੇ ਵਿੱਚ ਵੀ ਆਹੀ ਕੰਮ ਹੋਇਆ ਵੀ ਤਕਰੀਬਨ 1 ਸਾਲ ਤੋਂ ਬੰਦ ਪਈ ਆ। ਉਹ ਲੋਕਾਂ ਨੇ ਪੈਸਾ ਲਾਇਆ, ਉਹਦੇ ਵਿੱਚ ਪੈਸਾ ਲਾਉਣ ਦੇ ਬਾਵਜੂਦ ਉਹ ਜ਼ੀਰੋ ਹੋ ਗਿਆ ਸਾਰਾ। ਤੇ ਹੁਣ ਜਿਹੜੇ ਇੱਥੇ ਵੀ ਜੇ ਕੱਲ੍ਹ ਨੂੰ ਸਟੇ ਲੱਗ ਜਾਂਦੀ ਆ ਲੋਕਾਂ ਦਾ ਪੈਸਾ ਜ਼ੀਰੋ ਹੋ ਜਾਣਾ। ਮਿੰਨੀ ਸਕੱਤਰੇਤ ਨੇੜੇ ਨਵੀਂ ਬਣ ਰਹੀ ਕਲੋਨੀ TDI ਦੇ ਮਾਮਲੇ ਦੀ ਤਰੀਕ 14 ਫਰਵਰੀ ਨੂੰ ਮਾਣਯੋਗ SDM ਰਾਜਪੁਰਾ ਦੇ ਵੱਲੋਂ ਦਿੱਤੀ ਗਈ ਹੈ। ਅੱਜ ਮੇਸਰਜ਼ ਪਲੈਟੀਨਮ ਸਮਾਰਟ ਵਰਲਡਕਾਮ ਰਜਿਸਟਰ ਕੰਪਨੀ ਦੇ ਮਾਲਕ ਜਤਿੰਦਰ ਸਿੰਘ ਅਤੇ ਨਛੱਤਰ ਸਿੰਘ ਦੇ ਵੱਲੋਂ SDM ਦਫ਼ਤਰ ਦੇ ਵਿੱਚ ਹਾਜ਼ਰੀ ਲਗਵਾਈ ਗਈ ਹੈ, ਜਦਕਿ ਦੂਜੀ ਧਿਰ SDM ਦਫ਼ਤਰ ਪਹੁੰਚੀ ਤੇ ਕਾਗਜ਼ਾਤ ਨਾ ਦਿਖਾਉਣ ਕਰਕੇ ਅੱਗੇ ਦੀ 14 ਫਰਵਰੀ ਦੀ ਤਰੀਕ ਲੈ ਲਈ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮੇਸਰਜ਼ ਪਲੈਟੀਨਮ ਸਮਾਰਟ ਵਰਲਡਕਾਮ ਰਜਿਸਟਰ ਕੰਪਨੀ ਦੇ ਮਾਲਕ ਜਤਿੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਇਹ ਦੱਸਿਆ ਜੇਕਰ ਸ਼੍ਰੀ ਓਮ ਜੀ ਇੰਫਰਾਸਟ੍ਰਕਚਰ ਐਂਡ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਲਕ ਸੱਚੇ ਹੁੰਦੇ ਤਾਂ HSDM ਸਾਹਿਬ ਕੋਲ ਕਾਗਜ਼ਾਤ ਸਬੂਤ ਲੈ ਕੇ ਪਹੁੰਚਦੇ, ਪਰ ਅੱਜ ਉਹ ਤਰੀਕ 14 ਫਰਵਰੀ ਦੀ ਲੈ ਕੇ ਚਲੇ ਗਏ ਨੇ। ਉਹਨਾਂ ਦੋਸ਼ ਲਗਾਇਆ ਕਿ ਇਹ ਜ਼ਮੀਨ ਸਾਡੀ ਕੰਪਨੀ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਬਹੁਤ ਮਿਹਨਤ ਕਰਕੇ ਅਸੀਂ ਕਰੋੜਾਂ ਰੁਪਏ ਖਰਚ ਕਰਕੇ ਮਜ਼ਦੂਰਾਂ ਤੋਂ ਦੇ ਕੇ ਖਾਲੀ ਕਰਵਾਇਆ ਸੀ। ਉਹਨੇ ਇਹ ਵੀ ਦੋਸ਼ ਲਗਾਇਆ ਕਿ ਓਮ ਜੀ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਮਾਲਕਾਂ ਦੇ ਵੱਲੋਂ ਇਹ ਜ਼ਮੀਨ TDI ਕੰਪਨੀ ਨੂੰ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਰੋਜ਼ਾਨਾ ਸਾਨੂੰ ਰਾਜਪੁਰਾ ਦੇ ਲੋਕਾਂ ਦੇ ਫੋਨ ਆ ਰਹੇ ਨੇ ਅਤੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਕੋਈ ਵੀ ਪਲਾਟ ਨਾ ਖਰੀਦਿਆ ਜਾਵੇ। ਜੋ ਕੀ ਨਾਮ ਜੀ ਤੁਹਾਡਾ ਜੀ? ਨਛੱਤਰ ਸਿੰਘ। ਕਿਹੜੀ ਇਹ ਜੋ TDI ਵਾਲਾ ਪ੍ਰੋਜੈਕਟ ਚੱਲਦਾ ਆ, ਅਸੀਂ
ਇਸ ਕਰਕੇ ਐਸਡੀਐਮ ਸਾਹਿਬ ਨੂੰ ਦਰਖਾਸਤ ਦਿੱਤੀ ਸੀ। ਐਸਡੀਐਮ ਸਾਹਿਬ ਨੇ ਸਾਨੂੰ 31 ਤਰੀਕ ਦਿੱਤੀ ਸੀ। ਅੱਜ ਸਵੇਰ ਦੇ ਅਸੀਂ 10 ਵਜੇ ਤੋਂ ਲੈ ਕੇ ਹੁਣ ਤੱਕ ਇੱਥੇ ਬੈਠੇ ਆ। ਦੂਜੀ ਧਿਰ ਵੀ ਬੁਲਾਈ ਸੀ, ਦੂਜੀ ਧਿਰ ਵੀ ਬੁਲਾਈ ਤੀ ਤੇ ਦੂਜੀ ਧਿਰ ਆ ਕੇ ਆਏ ਪਿਛਲੇ ਗੇਟ ਤੋਂ ਆਏ ਤੇ ਉਹਨਾਂ ਨੇ ਸਾਈਨ ਕਰਕੇ ਡਾਕੂਮੈਂਟ ਨਹੀਂ ਕੋਈ ਪੇਸ਼ ਕੀਤਾ। ਉਹ ਕਹਿੰਦੇ ਵੀ ਅਸੀਂ ਡਾਕੂਮੈਂਟ ਲੈ ਕੇ ਆਏ ਤੇ ਹਾਜ਼ਰੀ ਲਾ ਕੇ ਨਿਕਲ ਗਏ, ਕਿਸੇ ਨੂੰ ਨਹੀਂ ਮਿਲੇ, ਬਿਨਾਂ ਮਿਲੇ ਨਿਕਲ ਗਏ। ਲੇਬਰ ਵੀ ਭੁੱਖੀ ਪਾਣੀ ਸਵੇਰ ਦੀ ਬੈਠੀ। ਕੀ ਕਾਰਨ ਕੀ ਹੈ? ਕਾਰਨ ਕੀ ਹੈ? ਇਹੀ ਲੈਣ ਦੇਣ ਦਾ, ਜੋ ਉਹਨਾਂ ਨੇ ਸਾਡਾ ਪੈਸਾ ਦੇਣਾ ਹੈ, ਲੇਬਰ ਦਾ ਦੇਣਾ ਹੈ, ਹੋਰ ਬਹੁਤ ਬੰਦਿਆਂ ਦਾ ਪੈਸਾ ਇੱਥੇ ਰਾਜਪੁਰੇ 'ਚ ਦੇਣਾ ਹੈ। ਉਸ ਕਰਕੇ ਉਹ ਨਾ ਕਿਸੇ ਨੂੰ ਫੇਸ ਕਰਦੇ ਆ, ਨਾ ਕਿਸੇ ਨੂੰ ਮਿਲੇ, ਬਿਨਾਂ ਮਿਲੇ ਨਿਕਲ ਗਏ। ਸੋ ਹੁਣ ਕਈਆਂ ਦੇ ਚੈੱਕ ਵੀ ਕਹਿੰਦੇ ਬਾਉਂਸ ਹੋ ਰਹੇ ਨੇ। ਹਾਂਜੀ ਹਾਂ, ਚੈੱਕ ਸਤਪਾਲ ਬੰਸਲ ਦੇ 2 ਚੈੱਕ ਤੇ ਜੋ ਸਾਨੂੰ ਦਿੱਤੇ ਤੇ ਉਹ ਬਾਉਂਸ ਪਹਿਲਾਂ ਵੀ ਦੱਸਿਆ ਸੀ, ਉਹ ਬਾਉਂਸ ਹੋ ਗਏ ਤੇ 4 ਕਰੋੜ 24 ਲੱਖ ਦੇ ਕੰਪਨੀ ਨੇ ਹਾਲੇ ਉਹ ਸਾਨੂੰ ਧਲਾਸੇ ਦਿੰਦੇ ਰਹੇ ਵੀ ਮੈਂ ਬਾਕੀ ਪੇਮੈਂਟ ਕੰਪਨੀ ਤੋਂ ਦਵਾਵਾਂਗਾ, ਮੇਰੀ ਜ਼ਿੰਮੇਵਾਰੀ ਹੈ। ਹੁਣ ਤੱਕ ਸਾਨੂੰ ਲਾਉਂਦੇ ਰਹੇ ਤੇ ਕੋਈ ਰਿਜ਼ਲਟ ਨਹੀਂ ਨਿਕਲਿਆ। ਉੱਤੋਂ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਇਹਨਾਂ ਨੇ। ਕੋਈ ਕੇਸ ਵੀ ਚੱਲ ਰਿਹਾ? ਸਾਡਾ ਕੇਸ ਚੱਲਦਾ ਆ, ਲੇਬਰ ਦਾ ਕੇਸ ਵੀ ਚੱਲਦਾ। ਤਾਂ ਸਟੇ ਵੀ ਲੱਗ ਸਕਦੀ ਹੈ? ਬਿਲਕੁਲ ਸਟੇ, ਹਾਂਜੀ ਸਟੇ ਲੱਗੇਗੀ ਤੇ ਜੇ ਨਾ ਕੋਈ ਫੈਸਲਾ ਹੋਊਗਾ ਤਾਂ ਅਸੀਂ ਸਟੇ ਲਵਾਵਾਂਗੇ। ਅਸੀਂ ਐਸਡੀਐਮ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਤਾਂ ਅਸੀਂ ਇਸ ਕਰਕੇ ਅੱਗੇ ਤੁਰੇ ਨਹੀਂ ਤੇ ਐਸਡੀਐਮ ਸਾਹਿਬ ਕਰਕੇ ਅਸੀਂ ਅੱਜ 31 ਤਰੀਕ ਨੂੰ ਆਏ ਤੇ ਵੀ ਕੋਈ ਕਿਤੇ ਨਾ ਕਿਤੇ ਰਿਜ਼ਲਟ ਨਿਕਲੇਗਾ। ਇਸ ਕਰਕੇ ਮਿਲੇ ਨਹੀਂ, ਨਾ ਇਹ ਡਾਕੂਮੈਂਟ ਲੈ ਕੇ ਆਏ। ਸਵੇਰ 10 ਵਜੇ ਦੇ ਬੈਠੇ ਆ ਤੇ 2 ਮਿੰਟ ਚ ਨਿਕਲ ਗਏ। ਹੁਣ ਸਾਡਾ ਕੇਸ ਚੱਲ ਰਿਹਾ, ਹੁਣ ਅਸੀਂ ਇਸ ਤੇ ਸਟੇ ਲਵਾਵਾਂਗੇ। ਵੈਸੇ ਐਸਡੀਐਮ ਸਾਹਿਬ ਨੇ 14 ਤਰੀਕ ਦਿੱਤੀ ਹੈ, ਦੇਖਦੇ ਹਾਂ ਉਸ ਤੋਂ ਪਹਿਲੇ ਕੀ ਬਣਦਾ ਹੈ, ਕੀ ਚੀਜ਼ ਹੈ। ਸੋ ਜਿਹੜੇ ਲੋਕ ਇੱਥੇ ਪਲਾਟ ਖਰੀਦ ਰਹੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਅਸੀਂ ਤਾਂ ਉਹਨਾਂ ਨੂੰ ਇਹੀ ਕਹਾਂਗੇ, ਪਹਿਲਾਂ ਆਈਸੀਐਲ ਤੀ ਉੱਥੇ ਵੀ ਲੋਕਾਂ ਦਾ ਬਹੁਤ ਪੈਸਾ ਬਰਬਾਦ ਹੋਇਆ, ਉੱਥੇ ਸਟੇ ਲੱਗ ਗਈ, ਉਹ ਆਮ ਲੋਕਾਂ ਦਾ ਪੈਸਾ ਬਰਬਾਦ ਹੋਇਆ। ਜਿਵੇਂ ਅਸੀਂ ਪਰੇਸ਼ਾਨ ਹੋਏ ਵੇ ਆ, ਇਸ ਤਰ੍ਹਾਂ ਕੋਈ ਹੋਰ ਪਰੇਸ਼ਾਨ ਨਾ ਹੋਏ। ਇਸ ਕਰਕੇ ਸਭ ਨੂੰ ਰਿਕੁਐਸਟ ਹੈ, ਕੋਈ ਆਪਣਾ ਜੋ ਹੱਕ ਦੀ ਕਮਾਈ ਹੈ ਇਹਦੇ 'ਚ ਇਨਵੈਸਟਮੈਂਟ ਨਾ ਕਰੇ। ਤੁਹਾਡਾ ਜੀ? ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ। ਕਿਹੜੀ ਕੰਪਨੀ ਹੈ ਜੀ? ਇਹ ਪਲੈਟੀਨਮ ਸਮਾਰਟ। ਅਸੀਂ ਇਹ ਕਹਿੰਦੇ ਆ ਵੀ TDI ਤੋਂ ਕੋਈ ਵੀ ਇੱਥੋਂ ਇਸ ਇਲਾਕੇ ਦਾ ਕੋਈ ਪਲਾਟ ਨਾ ਖਰੀਦੇ, ਕਿਉਂਕਿ ਮਕਾਨ ਇੱਕ ਵਾਰ ਬਣਦਾ ਅਗਲੇ ਦਾ। ਜੇ ਇਹਨੇ ਸਾਰਿਆਂ ਨਾਲ ਧੋਖਾ ਕਰ ਰਹੇ ਆ, ਅਸੀਂ ਇਹੀ ਜਾਗਰੂਕ ਕਰਨਾ ਚਾਹੁੰਦੇ ਆ ਵੀ ਇਹਨਾਂ ਤੋਂ ਕੋਈ ਪਲਾਟ ਨਾ ਲਵੇ, ਕਿਉਂਕਿ ਸਾਡਾ ਅਸੀਂ ਸਟੇ ਲਾਉਣ ਜਾ ਰਹੇ ਇਹਨਾਂ ਤੇ, ਜੇ ਸਾਡੇ ਨਾਲ ਇਹ ਨਾ ਨਿਬੜੇ ਤਾਂ ਸਹੀ ਤਰੀਕੇ ਨਾਲ। ਤੁਹਾਡਾ ਹੈ ਕਿਹਦੇ ਨਾਲ ਹੈ ਮਾਮਲਾ ਜੀ? ਸ੍ਰੀ ਓਮ ਜੀ, TDI ਨਾਲ ਉਹਨਾਂ ਨੇ TDI ਨੂੰ ਦੇਤਾ ਜੀ। ਹਾਂਜੀ। ਅਸੀਂ TDI ਦੇ ਨਹੀਂਗੇ, TDI ਕਿਉਂਕਿ ਸ਼ੇਅਰ ਰਾਈਟ TDI ਨੇ ਦਿੱਤੇ, ਉਹਨਾਂ ਨੇ ਮਾਲਕ ਹੋਈ ਹੈ। ਮਾਲਕ ਹੋਈ ਹੈ। ਉਹਨਾਂ ਨੇ ਸਾਨੂੰ ਪੁੱਛਿਆ ਨਹੀਂ। TDI ਨੂੰ ਜਦ ਕਿ ਪਤਾ ਸੀਗਾ ਵੀ ਲੇਬਰ ਦਾ ਅਸੀਂ ਕਰ ਰਹੇ ਹਾਂ, ਸਾਰਾ ਇੱਥੇ ਪਹਿਲਾਂ ਤੋਂ ਲੱਗ ਰਹੇ ਹਾਂ, ਅਸੀਂ ਪੈਸੇ ਇਨਵੈਸਟ ਕਰ ਰਹੇ ਹਾਂ। TDI ਨੇ ਸਾਨੂੰ ਨਹੀਂ ਪੁੱਛਿਆਗਾ। ਉਹਨਾਂ ਦਾ ਹੱਕ ਸੀਗਾ ਸਾਡੇ ਨਾਲ ਆ ਕੇ ਗੱਲ ਕਰਦੇ ਵੀ ਤੁਹਾਡਾ ਕੀ ਮੈਟਰ ਹੈ ਇਹਦੇ ਵਿੱਚ, ਪਰ ਉਹਨਾਂ ਨੇ ਸਾਨੂੰ ਨਹੀਂ ਪੁੱਛਿਆਗਾ। ਤੁਹਾਡੀ ਕੀ ਮੰਗ ਹੈ? ਸਾਡੀ ਇਹੀ ਮੰਗ ਹੈ ਜੀ ਵੀ ਸਾਡੇ ਨਾਲ ਇਨਸਾਫ ਕੀਤਾ ਜਾਵੇ, ਜੋ ਸਾਡੀ ਅਮਾਉਂਟ ਗਈ ਹੈ ਉਹ ਸਾਡੀ ਅਮਾਉਂਟ ਵਾਪਸ ਆਵੇ ਜੀ। ਤੇ ਅੱਜ ਕਿੰਨੇ ਸਾਲ ਹੋ ਗਏ ਜੀ, ਇਹ ਦੇਖ ਲਓ 6 ਸਾਲ 6 ਸਾਲ ਹੋ ਗਏ। 6 ਸਾਲ ਤੋਂ ਅਸੀਂ ਵੀ ਨਾਲ ਲੇਬਰ ਦੇ ਵੀ ਹੈ ਜੀ, ਇਹਨਾਂ ਨੇ ਸਾਡੇ ਤੇ ਕੇਸ ਪਾਇਆ ਹੋਇਆ, ਉਹ ਵੀ ਸਾਰੇ ਅੱਜ ਸਵੇਰ ਦੇ ਭੁੱਖੇ ਭਾਣੇ ਉਹ ਬੈਠੇ ਆ, ਅਸੀਂ ਬੈਠੇ ਆ 10 ਵਜੇ ਦੇ। ਪਰ ਉਹ ਬੰਦੇ 2 ਆਏ ਜੀ, ਪਿਛਲੇ ਗੇਟ ਵਿੱਚ ਦੀ ਆਏ, ਸਾਈਨ ਕਰਕੇ ਨਿਕਲ ਗਏ ਜੀ। ਕੌਣ ਸੀਗੇ ਜੀ? ਸਤਪਾਲ ਸਿੰਘ, ਦੂਸਰੇ ਦਾ ਸਤਪਾਲ ਬੰਸਲ, ਸਤਪਾਲ ਬੰਸਲ ਪਰਸੇਜ ਆ ਰਹੀ ਆ। ਤੇ ਪ੍ਰਸ਼ੇਸ਼ ਆਰੀਆ। ਠੀਕ ਹਾਂਜੀ। ਮੇਰਾ ਨਾਮ ਜਤਿੰਦਰ ਸਿੰਘ ਹੈ। ਕੀ ਕਹਿਣਾ ਚਾਹੋਗੇ ਜੀ? ਅੱਜ ਕਿਉਂ ਆਏ ਹੋ ਜੀ ਐਸਡੀਐਮ ਆਫਿਸ? ਅੱਜ ਤਾਂ ਜੀ ਪਿਛਲੇ ਹਫਤੇ ਤੋਂ ਆਏ ਸੀ ਐਸਡੀਐਮ ਸਾਹਿਬ ਕੋਲ, ਤੇ ਉਹਨਾਂ ਨੇ ਸਾਨੂੰ 31 ਤਰੀਕ ਦਿੱਤੀ ਸੀਗੀ ਜੀ। ਤੇ ਉਸ ਤੋਂ ਬਾਅਦ 31 ਤਰੀਕ ਤੋਂ ਬਾਅਦ ਅਸੀਂ ਅੱਜ ਬੈਠੇ ਹਾਂ ਸਵੇਰ ਦੇ, ਤੇ ਨਾ ਇਹਨਾਂ ਦਾ ਕੋਈ ਮੈਸੇਜ ਆਇਆ ਵੀ ਅਸੀਂ ਆਉਣਾ ਹੈ। ਤੇ ਹੁਣ ਇਹ ਪਿੱਛੇ 4 ਵਜੇ ਤਕਰੀਬਨ ਪਿਛਲੇ ਗੇਟ ਤੋਂ ਆਏ ਆ, ਹਾਜ਼ਰੀ ਲਾ ਕੇ ਚਲੇ ਗਏ ਆ। ਅਸੀਂ ਸਵੇਰ ਦੇ ਭੁੱਖੇ ਪਾਣੇ ਬੈਠੇ ਆ, ਤੇ ਸਾਨੂੰ ਅਸੀਂ 31 ਤਰੀਕ ਤੱਕ ਤਾਂ ਬੈਠੇ ਸੀਗੇ ਵੀ ਅਸੀਂ ਕੋਈ ਕਾਰਵਾਈ ਨਾ ਪਾਈਏ, ਕਿਉਂਕਿ ਸਰ ਐਸਡੀਐਮ ਦੇ ਵਿੱਚ ਦਰਬਾਰ ਦੇ ਵਿੱਚ ਸਾਨੂੰ ਕੋਈ ਵਿਸ਼ਵਾਸ ਕੋਈ ਸੀਗਾ ਵੀ ਸਾਨੂੰ ਕੋਈ ਹੱਲ ਹੋ ਜਾਏ ਸਾਡਾ। ਪਰ ਜੇ ਹੱਲ ਨਾ ਹੋਇਆ ਤਾਂ ਅਸੀਂ ਬੱਚੇ ਸਟੇ ਲਵਾਵਾਂਗੇ, ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਅਸੀਂ ਐਸਐਸਪੀ ਸਾਹਿਬ ਨੂੰ ਵੀ ਦਿੱਤਾ, ਐਪਲੀਕੇਸ਼ਨ ਦਿੱਤੀ ਆ, ਐਸਐਸਪੀ ਮੋਹਾਲੀ, ਐਸਐਸਪੀ ਪਟਿਆਲਾ, ਅਸੀਂ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਆ। ਐਪਲੀਕੇਸ਼ਨ ਦੇ ਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਤੇ ਇਹਨਾਂ ਵਿਰੁੱਧ ਮੁਕੱਦਮਾ ਦਰਜ ਕਰਾਇਆ ਜਾਊਗਾ। ਠੀਕ। ਤੇ ਜਿਹੜੇ ਪਲਾਟ ਲੈ ਰਹੇ ਉਹਨਾਂ ਨੂੰ ਕਹਿਣਾ ਚਾਹੋਗੇ? ਅਸੀਂ ਜਿਹੜੇ ਬੰਦੇ ਪਲਾਟ ਲੈ ਰਹੇ ਨੇ ਉਹਨੂੰ ਹੱਥ ਜੋੜ ਕੇ ਬੇਨਤੀ ਰਾਜਪੁਰ ਦੇ ਵਾਸੀਆਂ ਨੂੰ ਵੀ ਇਹਨਾਂ ਤੋਂ ਪਲਾਟ ਨਾ ਲਵੋ, ਕਿਉਂਕਿ ਪਹਿਲਾਂ ਆਈਸੀਐਲ ਕੰਪਨੀ ਦੇ ਵਿੱਚ ਵੀ ਆਹੀ ਕੰਮ ਹੋਇਆ ਵੀ ਤਕਰੀਬਨ 1 ਸਾਲ ਤੋਂ ਬੰਦ ਪਈ ਆ। ਉਹ ਲੋਕਾਂ ਨੇ ਪੈਸਾ ਲਾਇਆ, ਉਹਦੇ ਵਿੱਚ ਪੈਸਾ ਲਾਉਣ ਦੇ ਬਾਵਜੂਦ ਉਹ ਜ਼ੀਰੋ ਹੋ ਗਿਆ ਸਾਰਾ। ਤੇ ਹੁਣ ਜਿਹੜੇ ਇੱਥੇ ਵੀ ਜੇ ਕੱਲ੍ਹ ਨੂੰ ਸਟੇ ਲੱਗ ਜਾਂਦੀ ਆ, ਲੋਕਾਂ ਦਾ ਪੈਸਾ ਜ਼ੀਰੋ ਹੋ ਜਾਣਾ।
ਵੀ ਬੰਦੇ ਦਾ ਜਿਹੜਾ ਮਕਾਨ ਇੱਕ ਵਾਰੀ ਬਣਦਾ ਜ਼ਿੰਦਗੀ 'ਚ। ਸੋ ਤੁਹਾਨੂੰ ਲੋਕਾਂ ਦੇ ਰਾਜਪੁਰਾ ਦੇ ਨਾਂ ਦੇ ਫੋਨ ਵੀ ਆ ਰਹੇ ਹੋਣੇ ਵੀ ਹਾਂ ਸਾਨੂੰ ਕਈ ਬੰਦਿਆਂ ਦੇ ਫੋਨ ਆਏ ਨੇ ਤੇ ਕਈਆਂ ਨੇ ਚੈੱਕ ਵਾਪਸ ਵੀ ਲਏ ਇਹਨਾਂ ਤੋਂ, ਕਈਆਂ ਨੇ ਸਟਾਪ ਪੇਮੈਂਟ ਕਰਾਈ ਆ। ਤਕਰੀਬਨ ਜੋ ਮੈਨੂੰ ਪਤਾ ਲੱਗਿਆ ਪਿਛਲੇ ਸਮੇਂ ਤੋਂ ਤੇ 40-45% ਬੰਦਿਆਂ ਨੇ ਚੈੱਕ ਸਟਾਪ ਕਰਾਤੇ ਆ ਜਾਂ ਇਹਨਾਂ ਤੋਂ ਪੇਮੈਂਟ ਵਾਪਸ ਮੰਗੀ ਆ। करण यादव, कहाँ रहते थे, क्या मामला था? हम धागा मिल लेबर कॉलोनी, मकान नंबर हमारा जो है 116 था। हम उसमें के बहुत पुराने एम्प्लॉय थे। हमारे साथ जो इस मैनेजमेंट ने जो किया है बहुत नाजायज़ किया है। जो सतपाल जी का मैनेजमेंट है उसने बहुत नाजायज़ किया है, और इतना ज़्यादा नाजायज़ किया है जे मैंने एक सोचो धक्का सा ही बाहर से हरियाणा से दिल्ली से बंदे लाला हमें डरा देना, हमें धमका देना, हमारे दरवाजे पर लात मार देना, दरवाज़ा तोड़ देना, कभी स्टोव उठा के फेंक देना। हमारे पास स्टोव होते थे, हमारे पास कोई गैस तो होता नहीं था। तो सारी नाजायज़ काम इन्होंने किया, धक्केशाही से हमको यहाँ से उठाया है। अब जो है और जो कुछ दिया थोड़ा बहुत लोगों को तो भी किसी ढंग का नहीं दिया है। वो कभी मान लो किसी वर्कर का 50,000 तक, किसी को 2 लाख तक, किसी को 4 लाख है, किसी को 20 लाख। ये भी हम इसके लिए आज आए थे सतपाल जी से मिलने के लिए। हमें पता लगा थे सतपाल जी दिल्ली से आज कोर्ट में आएंगे, तो हम आके बैठे थे 5-7 आदमी यही पूछने के लिए प्यार से कि हमारे साथ ऐसा नाजायज क्यों हो रहा है, आप हमें इसके बारे में कुछ समझाओ, कुछ बताओ। लेकिन सतपाल जी कोर्ट में से निकले हैं, टाइम करीब 2-2:30 बजे निकले हैं, और निकल के मूड़ी गाड़ के गाड़ी में बैठे, सीट नीचे करके गाड़ी में बैठे और निकल गए सीधे। एक बार मैंने नहीं पूछा, हम उनका मान लो जब से फॉर्म खरीदे हैं तब से हम उनका मान लो एक तरह का वर्कर ही थे। उनका फर्ज बनता है पूछने, भाई तुम कैसे बैठे हो, तुम्हारे क्या दिक्कत है, क्या परेशानी है, हमें बताओ, वो कहाँ आए हो। कुछ नहीं पूछा उन्होंने, चुप सिर नीचे किया, गाड़ी में बैठा, अपना सीधा निकल गया। केस भी चल रहा है उनके खिलाफ? हाँ, उनके खिलाफ हमारा केस भी चल रहा है, केस हम लड़ रहे हैं। और इसके बाद आज तो हम इसीलिए आए थे जो वो SDM कोर्ट में उनको आना था, तो हम सोचे हम भी अपनी परेशानी बताएंगे, लेकिन उन्होंने हमारे साथ ऐसा कुछ नहीं किया। उन्होंने बड़ा शैतान वाला काम किया, मुड़ के देखा भी नहीं जो हमारे जानने वाले लोग यहाँ बैठे हैं। अगर तुम्हारा पैसा नहीं मिलता तो आगे क्या करोगे? हाँ, पैसा नहीं मिलता है तो हम तो आज 5-7 आदमी जो आए थे खाली उनसे मिलने के लिए। आगे अगर हमारा कोई अगर सुनवाई नहीं होती है तो हम सारे वर्कर आएंगे, औरत बच्चे आदमी सारे आएंगे, और यहाँ वो हंगामा करेंगे, वो यहाँ वो संघर्ष करेंगे जो मैंने हम सारा काम रोक देंगे। और जो आज की डेट में वो लोगों को झूठा लारा देकर जो प्लाट बेच रहे हैं, वो भाई सब लोग पछताएंगे बाद में, क्यों जो लफड़े की जगह है और लफड़ा चल रहा है, पूरा लफड़ा है, तो ये भी नहीं कोई हल्का लफड़ा है। तो वो लोग जगह पैसा लगा के फिर पछताएंगे। ऐसे कैसे सरकार उनको आर्डर दे देगा झगड़े की जगह, तुम झगड़े की जगह खरीद के तुम घर बना लो, ऐसा कोई आर्डर नहीं देगा। तो इस करके जो उन भाइयों से विनती है कि भाई तुम गलती से पैसा भी ना फंसाओ, इंक्वायरी करो, जांचो, जानो कि मजदूर का जहाँ संघर्ष है, मजदूर का जहाँ लफड़ा है, मजदूर के पैसे का मामला का है, वो वहाँ कैसे घर बना रहे हो। ये भी दिक्कत में आएंगे सब प्लाट खरीदने वाले। इस करके जो है हमारा उनसे भी विनती है कि भाई आप लोग सोच समझ के, किसी से जान के, राय लेके तो वहाँ प्लाट पर पैसा फंसाना। 1-2 मजदूर का नहीं है, 800-7 मजदूर का लफड़ा है, तो कैसे निपटा देंगे ये, कैसे कितने गुंडागर्दी से घर बनवा लेंगे चाहे बेच देंगे। ये सारे मसले आज वो सरकार नहीं है, आज वो दिन नहीं है जो मजदूर को दबा के और जो मर्जी कर ले। हाँ जी, सतपत बंसल जी। हाँ जी, सत श्री अकाल जी, मैं न्यूज़ 89 पंजाब तो गल कर ਰਿਹਾ। हाँ जी बोलो ਸਰ, ਇੱਕ ਜਿਹੜੀ ਫੈਕਟਰੀ ਦੇ ਵਿੱਚੋਂ ਪਲਾਟ ਜਿਹੜੇ ਖਾਲੀ ਕਰਵਾਏ ਸਨ ਲੇਬਰ ਦੇ ਕੋਲੋਂ, ਜਿਹੜੀ TDI ਕੰਪਨੀ ਨੂੰ ਲੈ ਲਈ ਗਈ ਹੈ, ਉਸ ਸੰਬੰਧੀ ਅੱਜ ਤੁਹਾਡੀ ਤਾਰੀਖ ਸੀਗੀ ਤੇ ਉਹਦੇ ਵਿੱਚ ਕੀ ਕੁਝ ਨਿਬੜਿਆ ਜੀ? कुछ नहीं निबड़ा जी, वो SDM साहब पटियाला गए हुए थे, 14 तारीख की लग गई। सो क्या मामला क्या है आपका? आपने उनके पैसे देने हैं? कुछ नहीं देना हमने, हम वहाँ बता देंगे कोर्ट में जो भी मामला है SDM साहब। सो वो आपके पर दोष लगा रहे हैं ना कि आपने उनको, उसका जवाब देंगे जो लगा रहे। तो इसमें आप कुछ अपना स्पष्टीकरण देना चाहेंगे? नहीं, अभी कुछ नहीं, कोर्ट में ही देंगे। ठीक है सर, थैंक यू जी। न्यूज़ 89 पंजाब ਨਾਲ ਗੱਲ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ।